क्योंकि शहरियां दी बहु गिनती मुसलमानां दी सी, ਉਹ ਉਹਨਾਂ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੁੰਦਾ ਤੇ ਉਹਨਾਂ ਦੇ ਧਰਮ ਸਥਾਨਾਂ ਤੇ ਭੇਟਾ ਚੜਾਉਂਦਾ। ਲਹਿਣਾ ਸਿੰਘ ਦੇ ਕੁਝ ਮਹੀਨਿਆਂ ਦੇ ਰਾਜ ਨੇ ਅਫਗਾਨਾਂ ਤੇ ਕੱਟੜਾ ਮੁਲਾਣਿਆਂ ਵੱਲੋਂ ਲੋਕਾਂ ਵਿੱਚੋਂ ਫੈਲਾਈਆਂ ਸਿੱਖਾਂ ਪ੍ਰਤੀ ਵਿਰੋਧ ਦੀਆਂ ਭਾਵਨਾਵਾਂ ਖਤਮ ਕਰ ਦਿੱਤੀਆਂ। ਲਾਹੌਰ ਦੇ ਮੁਸਲਮਾਨਾਂ ਦੇ ਮਨਾਂ 'ਚੋਂ ਖਾਲਸੇ ਦਾ ਡਰ ਖਤਮ ਹੋ ਗਿਆ ਤੇ ਉਹ ਆਪਣੇ ਪੇਂਡੂ ਸਹਿਧਰਮੀਆਂ ਵਾਂਗ ਹੀ ਸਿੱਖਾਂ ਨੂੰ ਆਪਣੇ ਸਾਥੀ ਪੰਜਾਬੀ ਸਮਝਣ ਲੱਗੇ। ਉਹਨਾਂ ਲਈ ਉਹ ਹੁਣ ਕਾਫਰ ਨਹੀਂ ਸਨ, ਉਹ ਤਾਂ ਸਗੋਂ ਅਫਗਾਨਾਂ ਨੂੰ ਧਰਮ ਦੇ ਰਾਖਿਆਂ ਦੀ ਥਾਂ ਵਿਦੇਸ਼ੀ ਸਮਝਣ ਲੱਗੇ। ਦਿਲਾਂ ਵਿੱਚ ਇਹ ਤਬਦੀਲੀ 34 ਸਾਲ ਮਗਰੋਂ ਰਣਜੀਤ ਸਿੰਘ ਦੀ ਲਾਹੌਰ ਉੱਪਰ ਜਿੱਤ ਦਾ ਵੱਡਾ ਕਾਰਨ ਬਣੀ। ਮੌਨਸੂਨ ਪਿੱਛੋਂ ਸਿੱਖਾਂ ਨੇ ਦਿੱਲੀ ਦਾ ਮੁਲਕ ਲੁੱਟਿਆ ਤੇ ਜਮਨਾ ਪਾਰ ਕਰਕੇ ਰੋਹਿਲਿਆਂ ਦੇ ਇਲਾਕੇ ਵਿੱਚ ਦਾਖਲ ਹੋਏ। ਉਹਨਾਂ ਦੀਆਂ ਨਜੀਬ-ਉਦ-ਦੌਲਾ ਦੀਆਂ ਫੌਜਾਂ ਨਾਲ ਬਹੁਤ ਝੜਪਾਂ ਹੋਈਆਂ ਤੇ ਜਦੋਂ ਉਹਨਾਂ ਦੇ ਬਹੁਤ ਦਬਾਅ ਪਿਆ ਤਾਂ ਉਹ ਜਮਨਾ ਪਾਰ ਕਰਕੇ ਇੱਧਰ ਆ ਗਏ। ਇਹ ਮੁਹਿੰਮ ਵਧੇਰੇ ਕਰਕੇ ਤਾਂ ਇੱਕ ਸਰਵੇਖਣ ਹੀ ਸੀ ਤੇ ਮਿਸਲਾਂ ਫਿਰ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਆ ਇਕੱਠੀਆਂ ਹੋਈਆਂ। ਤਿਉਹਾਰ ਮਨਾਉਣ ਤੋਂ ਕੁਝ ਦਿਨ ਪਿੱਛੋਂ ਉਹ ਫਿਰ ਕਾਰਵਾਈਆਂ ਵਿੱਚ ਲੱਗ ਗਏ ਤੇ ਰੋਹਿਲਿਆਂ ਹੱਥੋਂ ਕਰਨਾਲ ਨੇੜੇ ਹਾਰ ਖਾਣ ਦੇ ਬਾਵਜੂਦ ਉਹ ਦਿੱਲੀ ਨੇੜੇ ਖੜਖਾਉਂਦਾ ਪਹੁੰਚ ਗਏ। ਇਹ ਉਹੀ ਥਾਂ ਸੀ ਜਿੱਥੇ ਬੰਦੇ ਨੇ 57 ਸਾਲ ਪਹਿਲਾਂ ਸਿੱਖਾਂ ਨੂੰ ਹਥਿਆਰ ਬੰਨ੍ਹ ਕੇ ਆਉਣ ਲਈ ਕਿਹਾ ਸੀ। ਉਹਨਾਂ ਨੇ ਭਰਤਪੁਰ ਦੇ ਜਾਟਾਂ ਨਾਲ ਮਿਲ ਕੇ ਰੇਵਾੜੀ ਤੇ ਜੈਪੁਰ ਰਾਜੇ ਦੇ ਕਈ ਪਿੰਡ ਲੁੱਟੇ। ਮਾਰਚ 1766 ਵਿੱਚ ਸਿੱਖਾਂ ਤੇ ਜਾਟਾਂ ਦੀ ਸਾਂਝੀ ਫੌਜ ਨੇ ਮਰਹੱਟਿਆਂ ਨੂੰ ਦਰਿਆ ਚੰਬਲ ਤੇ ਹਰਾਇਆ। ਜਾਟਾਂ ਨੇ ਧੌਲਪੁਰ ਤੇ ਅਧਿਕਾਰ ਕਰ ਲਿਆ। ਸਿੱਖ ਫਿਰ ਮੱਧ ਪ੍ਰਦੇਸ਼ ਤੋਂ ਮੁਹਿੰਮ ਦੌਰਾਨ ਲੁੱਟੇ ਹੋਏ ਮਾਲ ਅਸਬਾਬ ਤੇ ਜਾਟਾਂ ਵੱਲੋਂ ਆਪਣੀਆਂ ਸੇਵਾਵਾਂ ਬਦਲੇ ਦਿੱਤੇ ਹੋਏ ਧਨ ਨਾਲ ਮੁੜ ਗਏ। ਉਹਨਾਂ ਦੇ ਨੇੜੇ ਆਉਣ ਦੀਆਂ ਖਬਰਾਂ ਨਾਲ ਦਿੱਲੀ ਵਿੱਚ ਘਬਰਾਹਟ ਤੇ ਭਗਦੜ ਫੈਲ ਗਈ। ਨਜੀਬ-ਉਦ-ਦੌਲਾ ਰਾਜਧਾਨੀ ਮੁੜ ਆਇਆ। ਉਸਨੇ ਸਿੱਖਾਂ ਨੂੰ ਸਵਾਦ ਚਖਾਉਣ ਦਾ ਫੈਸਲਾ ਲਿਆ। ਰੋਹਿਲਿਆਂ ਦੀ ਸਿੱਖਾਂ ਨਾਲ ਪਾਣੀਪਤ ਨੇੜੇ ਲੜਾਈ ਹੋਈ, ਜਿੱਥੇ ਉਸਨੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਤੇ ਉਹਨਾਂ ਦੇ ਲੁੱਟਮਾਰ ਕੇ ਇਕੱਠੇ ਕੀਤੇ ਧਨ ਦਾ ਕੁਝ ਹਿੱਸਾ ਖੋਹ ਲਿਆ। ਜਦੋਂ ਦਲ ਦੀਆਂ ਸੈਨਾਵਾਂ ਪੂਰਬੀ ਖੇਤਰਾਂ ਵਿੱਚ ਰੁੱਝੀਆਂ ਹੋਈਆਂ ਸਨ, ਦੂਸਰੀਆਂ ਫੌਜਾਂ ਭੰਗੀ ਸਰਦਾਰਾਂ ਝੰਡਾ ਸਿੰਘ ਤੇ ਗੰਡਾ ਸਿੰਘ ਦੀ ਕਮਾਨ ਹੇਠ ਸਿੱਖ ਰਾਜ ਦੀਆਂ ਹੱਦਾਂ ਦੱਖਣ ਵੱਲ ਵਧਾਉਣ ਲਈ ਲੱਗੀਆਂ ਹੋਈਆਂ ਸਨ। 1766 ਈਸਵੀ ਦੀ ਪਤਝੜ ਵਿੱਚ ਉਹਨਾਂ ਨੇ ਪਾਕਪਟਨ ਦਾ ਮਸ਼ਹੂਰ ਕਸਬਾ ਜਿੱਤਿਆ ਤੇ ਫਿਰ ਉਹ ਮੁਲਤਾਨ ਵੱਲ ਵਧੇ। ਇਹ ਮੁਹਿੰਮ ਵਿੱਚ ਰੋਕਣੀ ਪਈ ਕਿਉਂਕਿ ਅਬਦਾਲੀ ਨੇ ਫਿਰ ਪੰਜਾਬ ਤੇ ਚੜ੍ਹਾਈ ਕਰ ਦਿੱਤੀ ਸੀ ਤੇ ਸਾਰੀਆਂ ਸਿੱਖ ਮਿਸਲਾਂ ਨੂੰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਇਕੱਠੀ ਕਰਨ ਦੀ ਲੋੜ ਸੀ। ਅਬਦਾਲੀ ਦਾ 8ਵਾਂ ਹਮਲਾ 1766 1766 ਈਸਵੀ ਨੂੰ ਨਵੰਬਰ ਦੇ ਮਹੀਨੇ ਵਿੱਚ ਅਬਦਾਲੀ ਪੰਜਾਬ ਵਿੱਚ 8ਵੀਂ ਵਾਰ ਆਇਆ। ਉਸ ਦਾ ਮਨੋਰਥ ਬਦਕਿਸਮਤ ਸਿੱਖਾਂ ਦੀ ਤਬਾਹੀ ਕਰਨਾ ਸੀ। ਉਸਨੇ ਉਸ ਨੂੰ ਰੋਕਣ ਦੀਆਂ ਸਿੱਖਾਂ ਦੀਆਂ ਕੋਸ਼ਿਸ਼ਾਂ ਜੇਹਲਮ ਕੋਲ ਅਸਫਲ ਬਣਾ ਦਿੱਤੀਆਂ। ਉਹ ਇੱਕ ਜੇਤੂ ਵਾਂਗ ਗੁਜਰਾਤ ਰਾਹੀਂ ਸਿਆਲਕੋਟ ਵੱਲ ਵਧਿਆ। ਉਸਨੇ ਜ਼ਿਮੀਂਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਸਿੱਖਾਂ ਦੇ ਨਿਸ਼ਾਨ ਵਾਲੇ ਸਭ ਵਿਅਕਤੀਆਂ ਨੂੰ ਫੜ ਲੈਣ ਤੇ ਉਹਨਾਂ ਨੂੰ ਲੁੱਟ ਕੇ ਹਰ ਚੀਜ਼ ਤੋਂ ਵੰਚਿਤ ਕਰ ਦੇਣ। ਸਿਆਲਕੋਟ ਤੋਂ ਅਫਗਾਨ ਲਾਹੌਰ ਵੱਲ ਵਧੇ। ਤਿੰਨੇ ਸਰਦਾਰ ਜਿਨ੍ਹਾਂ ਨੇ ਲਾਹੌਰ ਆਪਸ ਵਿੱਚ ਵੰਡਿਆ ਸੀ, ਲਾਹੌਰ ਛੱਡ ਕੇ ਚਲੇ ਗਏ। ਅਬਦਾਲੀ ਲਾਹੌਰ ਵਿੱਚ 27 ਦਸੰਬਰ 1766 ਨੂੰ ਦਾਖਲ ਹੋਇਆ। ਮੁਸਲਮਾਨ ਸ਼ਹਿਰੀਆਂ ਨੇ ਅਫਗਾਨਾਂ ਨੂੰ ਦੱਸਿਆ ਕਿ ਸਿੱਖਾਂ ਨੇ ਉਹਨਾਂ ਨਾਲ ਚੰਗਾ ਵਰਤਾਓ ਕੀਤਾ ਹੈ। ਉਹਨਾਂ ਨੇ ਅਬਦਾਲੀ ਨੂੰ ਪ੍ਰੇਰਨਾ ਕੀਤੀ ਕਿ ਉਹ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦੀ ਪੇਸ਼ਕਸ਼ ਕਰੇ। ਅਬਦਾਲੀ ਨੇ ਸਰਦਾਰ ਨੂੰ ਅਫਗਾਨਿਸਤਾਨ ਦੇ ਵਧੀਆ ਫਲਾਂ ਦੇ ਥਾਲਾਂ ਨਾਲ ਸੱਦਾ ਪੱਤਰ ਭੇਜਿਆ। ਉਸ ਦੇ ਜਵਾਬ ਵਿੱਚ ਲਹਿਣਾ ਸਿੰਘ ਨੇ ਛੋਲਿਆਂ ਦੀ ਮੁੱਠੀ ਭਰ ਕੇ ਭੇਜੀ, ਜਿਸ ਦਾ ਸੰਕੇਤ ਸਾਫ਼ ਸੀ ਕਿ ਉਹ ਤਾਂ ਇੱਕ ਗਰੀਬ ਕਿਸਾਨ ਹੈ ਜੋ ਸਧਾਰਨ ਰੁੱਖੀ ਸੁੱਖੀ ਰੋਟੀ ਖਾਂਦਾ ਹੈ, ਫਲ ਤਾਂ ਬਾਦਸ਼ਾਹਾਂ ਦਾ ਖਾਣਾ ਹੈ। ਲਹਿਣਾ ਸਿੰਘ ਨੇ ਬੜੀ ਨਿਮਰਤਾ ਨਾਲ ਪੇਸ਼ਕਸ਼ ਠੁਕਰਾ ਦਿੱਤੀ।
ਅਬਦਾਲੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਹਨਾਂ ਲੋਕਾਂ ਨਾਲ ਕਿਵੇਂ ਨਜਿੱਠੇ ਜੋ ਨਾ ਤਾਂ ਉਸ ਨਾਲ ਖੁੱਲ੍ਹੇ ਮੈਦਾਨ ਵਿੱਚ ਲੜਾਈ ਲੜਦੇ ਹਨ ਤੇ ਨਾ ਹੀ ਉਹਦੇ ਨਾਲ ਦੋਸਤੀ ਕਰਦੇ ਹਨ। ਜਦੋਂ ਉਹ ਉਹਨਾਂ ਦੇ ਮਗਰ ਸਰਹਿੰਦ ਪਹੁੰਚਿਆ ਤਾਂ ਉਹ ਉਹਦੀ ਪਿਛਲੀ ਵਹੀਰ ਤੇ ਟੁੱਟ ਪਏ ਤੇ ਲਾਹੌਰ ਨੇੜੇ ਉਹਦਾ ਸਮਾਨ ਲੁੱਟਿਆ। ਉਸ ਨੂੰ ਸ਼ਹਿਰ ਦੀ ਰੱਖਿਆ ਲਈ ਛੇਤੀ ਹੀ ਆਉਣਾ ਪਿਆ। ਜਨਵਰੀ 1767 ਵਿੱਚ ਉਸ ਦੇ ਜਰਨੈਲ ਜਹਾਨ ਖਾਨ ਨੇ, ਜਿਸ ਨੇ ਸਿੱਖਾਂ ਹੱਥੋਂ ਅਨੇਕਾਂ ਵਾਰ ਹਾਰ ਖਾਧੀ ਸੀ, ਹੌਸਲਾ ਕਰਕੇ ਅੰਮ੍ਰਿਤਸਰ ਤੇ ਚੜ੍ਹਾਈ ਕਰ ਦਿੱਤੀ। ਸਿੱਖਾਂ ਨੇ ਕਈ ਵਾਰ ਅਫਗਾਨਾਂ ਵੱਲੋਂ ਢਾਹੇ ਗਏ ਹਰਿਮੰਦਰ ਦੇ ਮਲਬੇ ਨਾਲ ਉਸ ਦੀ ਵਾਰ-ਵਾਰ ਉਸਾਰੀ ਕੀਤੀ ਸੀ ਤੇ ਹੁਣ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਉਹਨਾਂ ਦਾ ਖੁੱਲ੍ਹੇ ਮੈਦਾਨ ਵਿੱਚ ਟਾਕਰਾ ਕਰਨ ਦੇ ਸਮਰੱਥ ਹਨ। ਮਿਸਲਾਂ ਨੇ ਪੂਰੀ ਸ਼ਕਤੀ ਨਾਲ ਜਹਾਨ ਖਾਨ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਅਬਦਾਲੀ ਵੱਲੋਂ ਸਹਾਇਤਾ ਆਉਣ ਤੋਂ ਪਹਿਲਾਂ 5000 ਅਫਗਾਨ ਮਾਰ ਦਿੱਤੇ। ਅਬਦਾਲੀ ਨੇ ਅੰਮ੍ਰਿਤਸਰ ਤੇ ਅਧਿਕਾਰ ਕਰ ਲਿਆ, ਪਰ ਇਸ ਵਾਰ ਉਸ ਨੇ ਹਰਿਮੰਦਰ ਨੂੰ ਨਾ ਛੇੜਿਆ। ਸ਼ਾਇਦ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਸਿੱਖਾਂ ਦਾ ਆਪਣੇ ਧਰਮ ਸਥਾਨ ਦੇ ਅਪਮਾਨ ਪ੍ਰਤੀ ਕੀ ਪ੍ਰਤੀਕਰਮ ਹੁੰਦਾ ਹੈ। ਇਸ ਦੀ ਥਾਂ ਉਹ ਉਹਨਾਂ ਦੇ ਸਭ ਤੋਂ ਅਮੀਰ ਖੇਤੀ ਵਾਲਾ ਖੇਤਰ ਜਲੰਧਰ ਦੁਆਬ ਵੱਲ ਚਲਾ ਗਿਆ। ਉਸ ਨੇ ਸਾਰਾ ਪੇਂਡੂ ਇਲਾਕਾ ਆਪਣਾ ਵੈਰੀ ਬਣਿਆ ਦੇਖਿਆ। ਇੱਕ ਸਮਕਾਲੀ ਖਬਰ ਨਵੀਸ ਹਾਲਾਤ ਦਾ ਵਰਣਨ ਕਰਦਾ ਲਿਖਦਾ ਹੈ, ਸ਼ਾਹ ਦਾ ਪ੍ਰਭਾਵ ਉਸ ਖੇਤਰ ਵਿੱਚ ਹੀ ਹੈ ਜਿੱਥੇ ਉਹਦੀ ਫੌਜ ਹੈ। ਜ਼ਿਮੀਂਦਾਰਾਂ ਦਾ ਸਿੱਖਾਂ ਵੱਲ ਆਮ ਕਰਕੇ ਇਤਨਾ ਚੰਗਾ ਝੁਕਾਓ ਹੈ ਕਿ ਉਹ ਰਾਤ ਵੇਲੇ ਪਿੰਡਾਂ ਵਿੱਚ ਜਾਂਦੇ ਹਨ ਤੇ ਉਹਨਾਂ ਪਾਸੋਂ ਲੰਗਰ ਪ੍ਰਸ਼ਾਦਾ ਛਕਦੇ ਹਨ। ਦਿਨ ਵੇਲੇ ਉਹ ਉਹਨਾਂ ਕੋਲ ਚਲੇ ਜਾਂਦੇ ਹਨ ਤੇ ਜਾ ਕੇ ਸ਼ਾਹ ਦੀ ਫੌਜ ਨੂੰ ਫਿਰ ਤੰਗ ਪਰੇਸ਼ਾਨ ਕਰਦੇ ਹਨ। ਜੇ ਸ਼ਾਹ ਦੋ ਦਰਿਆਵਾਂ ਬਿਆਸ ਤੇ ਸਤਲੁਜ ਵਿਚਕਾਰ ਰਹਿੰਦਾ ਹੈ ਤਾਂ ਸਿੱਖ ਉਸ ਦੇ ਗੁਆਂਢ ਵਿੱਚ ਹੀ ਰਹਿਣਗੇ, ਪਰ ਜੇ ਉਹ ਸਰਹਿੰਦ ਵੱਲ ਲੰਘੇਗਾ ਤਾਂ ਸਿੱਖ ਮਗਰਲੇ ਇਲਾਕੇ ਦੇ ਮਾਲਕ ਬਣ ਜਾਂਦੇ ਹਨ। ਅਬਦਾਲੀ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਦਾਖਲ ਹੋਇਆ, ਜਿੱਥੇ ਉਸ ਨਾਲ ਨਜੀਬ ਉਦ ਦੌਲਾ ਤੇ ਅਮਰ ਸਿੰਘ ਪਟਿਆਲਾ ਆ ਮਿਲੇ। ਉਸ ਨੇ ਅਮਰ ਸਿੰਘ ਨੂੰ ਸਰਹਿੰਦ ਦਾ ਪਰਗਣਾ ਦੇ ਦਿੱਤਾ, ਉਸ ਨੂੰ ਸ਼ਾਹੀ ਚਿੰਨ੍ਹ ਬਖਸ਼ੇ ਤੇ ਰਾਜਗਾਨ ਦੀ ਪਦਵੀ ਦਿੱਤੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰਨ ਦੀਆਂ ਕੁਝ ਉਗੜ-ਦੁਗੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਹਰ ਵਾਰ ਉਸ ਤੋਂ ਬਚ ਜਾਂਦੇ ਰਹੇ। ਆਖਰ ਇਹ ਬੇਲੋੜੀ ਹਾਂਡ ਤੇ ਗਰਮੀ ਦੀ ਅੱਤ ਨੇ ਉਸ ਨੂੰ ਥਕਾ ਦਿੱਤਾ। ਉਸ ਨੇ ਨਜੀਬ ਉਦ ਦੌਲਾ ਨੂੰ ਆਪਣੇ ਰਾਜ ਵਿੱਚ ਮੁੜ ਜਾਣ ਦੀ ਆਗਿਆ ਦੇ ਦਿੱਤੀ ਤੇ ਜਿਸ ਨੂੰ ਸਿੱਖ ਤਬਾਹ ਕਰ ਰਹੇ ਸਨ, ਤੇ ਉਹ ਆਪ ਪੰਜਾਬ ਵੱਲੋਂ ਪਿੱਠ ਕਰਕੇ ਆਪਣੇ ਦੇਸ਼ ਚਲਾ ਗਿਆ। ਅਬਦਾਲੀ ਅਜੇ ਮਸਾਂ ਸਿੰਧ ਪਾਰ ਕਰਕੇ ਹੀ ਗਿਆ ਹੋਵੇਗਾ ਜਦੋਂ 3 ਸਰਦਾਰ ਲਾਹੌਰ ਤੇ ਕਬਜ਼ਾ ਕਰਨ ਲਈ ਆ ਗਏ। ਅਫਗਾਨ ਸੂਬੇਦਾਰ ਸ਼ਹਿਰੀਆਂ ਦੇ ਸਹਿਯੋਗ ਦੀ ਆਸ ਨਹੀਂ ਰੱਖ ਸਕਦਾ ਸੀ। ਉਹ ਮੁਸਲਮਾਨਾਂ ਤੇ ਵੀ ਨਿਰਭਰ ਨਹੀਂ ਹੋ ਸਕਦਾ ਸੀ, ਜਿਨ੍ਹਾਂ ਖਾਤਰ ਅਬਦਾਲੀ ਵਾਰ-ਵਾਰ ਹਮਲਾ ਕਰਨ ਦੇ ਦਾਅਵੇ ਕਰਿਆ ਕਰਦਾ ਸੀ। ਉਹਨਾਂ ਨੇ ਲਾਹੌਰ ਦੇ ਸੂਬੇਦਾਰਾਂ ਨੂੰ ਬੇਨਤੀ ਕੀਤੀ ਕਿ ਲਾਹੌਰ ਦੀ ਰਾਜਧਾਨੀ ਲਹਿਣਾ ਸਿੰਘ ਦੇ ਹਵਾਲੇ ਕਰ ਦੇਵੇ। ਉਹਨਾਂ ਕਿਹਾ, ਲੋਕ ਬੜੇ ਖੁਸ਼ ਹਨ ਤੇ ਸਿੱਖਾਂ ਦੇ ਰਾਜ ਤੋਂ ਸੰਤੁਸ਼ਟ ਹਨ। ਉਹ ਰਾਤ ਨੂੰ ਸ਼ਹਿਰ ਦੇ ਦਰਵਾਜ਼ੇ ਸਿੱਖਾਂ ਲਈ ਖੋਲ੍ਹ ਦੇਣਗੇ ਜਾਂ ਸ਼ਹਿਰ ਦੀਆਂ ਕੰਧਾਂ ਤੋੜ ਕੇ ਉਹਨਾਂ ਨੂੰ ਸ਼ਹਿਰ ਵਿੱਚ ਲੈ ਆਉਣਗੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਬਣ ਜਾਓਗੇ। ਸਾਡੇ ਖਿਆਲ ਵਿੱਚ ਤੁਸੀਂ ਉਹਨਾਂ ਨਾਲ ਮੁਲਾਕਾਤ ਕਰੋ ਤੇ ਆਪਣੇ ਲਈ ਕੁਝ ਜਗੀਰ ਆਦਿ ਲੈ ਕੇ ਸਮਝੌਤੇ ਕਰਕੇ ਸ਼ਹਿਰ ਉਹਨਾਂ ਦੇ ਹਵਾਲੇ ਕਰ ਦੇਵੇ। 1767 ਈਸਵੀ ਦੇ ਅਖੀਰ ਵਿੱਚ ਸਿੱਖਾਂ ਨੇ ਸਾਰੇ ਪੰਜਾਬ ਤੇ ਅਧਿਕਾਰ ਕਰ ਲਿਆ ਸੀ। ਉੱਤਰ ਅਤੇ ਉੱਤਰ ਪੱਛਮ ਵਿੱਚ ਗੁੱਜਰ ਸਿੰਘ ਨੇ ਲੂਣ ਦੀਆਂ ਪਹਾੜੀਆਂ ਦੇ ਮੁਸਲਿਮ ਕਬੀਲਿਆਂ ਨੂੰ ਤੇ ਪੋਠੋਹਾਰ ਨੂੰ ਆਪਣੇ ਅਧੀਨ ਕਰ ਲਿਆ ਸੀ ਤੇ ਆਪਣਾ ਨਾਇਬ ਰਾਵਲਪਿੰਡੀ ਵਿੱਚ ਨਿਯੁਕਤ ਕਰ ਦਿੱਤਾ ਸੀ। ਸਿੱਖ ਘੋੜਸਵਾਰਾਂ ਦੇ ਦਲ ਦਿੱਲੀ ਦੇ ਇਰਦ-ਗਿਰਦ ਘੁੰਮਦੇ ਸਨ ਤੇ ਗੰਗਾ ਦੁਆਬ ਵੱਲ ਫੈਲ ਗਏ ਸਨ। ਨਜੀਬ ਉਦ ਦੌਲਾ ਨੇ ਸਿੱਖ ਦਸਤਿਆਂ ਨੂੰ ਕਈ ਵਾਰ ਹਰਾਇਆ ਸੀ, ਪਰ ਉਹ ਵੀ ਉਹਨਾਂ ਲੋਕਾਂ ਨਾਲ ਲੜਦਾ ਥੱਕ ਗਿਆ ਸੀ ਜੋ ਕੀੜੀਆਂ ਤੇ ਟਿੱਡੀ ਦਲ ਵਾਂਗ ਵੱਧਦੇ ਜਾਂਦੇ ਸਨ। ਉਸ ਨੇ ਆਪ ਮੰਨਿਆ ਸੀ ਕਿ ਸਿੱਖ ਹਾਵੀ ਹੋ ਗਏ ਸਨ। ਉਸ ਪਿੱਛੋਂ ਗੰਗਾ ਦੁਆਬ ਦੇ ਲੋਕਾਂ ਨੇ
ਸਿੱਖਾਂ ਦੇ ਸਾਲ ਮਗਰੋਂ ਹਮਲਿਆਂ ਨੂੰ ਪ੍ਰਵਾਨ ਹੀ ਕਰ ਲਿਆ। ਜਿਵੇਂ ਜਿਵੇਂ ਫਸਲਾਂ ਬਕਾਇਦਾ ਵੱਢੀਆਂ ਜਾਂਦੀਆਂ ਸਨ ਤਾਂ ਸੀਮਾ 'ਤੇ ਵੱਸਦੇ ਸਰਦਾਰ ਇੱਧਰ ਲੰਘ ਆਉਂਦੇ ਤੇ ਹਰ ਪਿੰਡ ਤੋਂ ਵਿਧੀ ਅਨੁਸਾਰ ਹਮਲਾ ਨਾ ਕਰਨ ਦਾ ਕਰ ਵਸੂਲ ਕਰਦੇ। ਉਹਨਾਂ ਦੀ ਜਬਰੀ ਮੰਗ ਨੂੰ ਰਾਖੀ ਕਿਹਾ ਜਾਂਦਾ ਸੀ। ਇਸ ਨੂੰ ਕਈ ਵਾਰ ਸੁੰਦਰ ਭਾਸ਼ਾ ਵਿੱਚ ਕੰਬਲੀ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਉਗਰਾਹੀ ਕੰਬਲ ਵਿਛਾ ਕੇ ਕਰਦੇ ਸਨ। ਹਰ ਇੱਕ ਦਾ ਆਪਣਾ ਗਲੀ ਮੁਹੱਲਾ ਜਾਂ ਪ੍ਰਭਾਵ ਖੇਤਰ ਹੁੰਦਾ ਸੀ। ਇਹ ਇਲਾਕੇ ਇਸ ਤਰ੍ਹਾਂ ਸਪਸ਼ਟ ਤੇ ਪ੍ਰਭਾਸ਼ਿਤ ਹੁੰਦੇ ਸਨ ਜਿਵੇਂ ਅਸੀਂ ਅੱਜ ਕੱਲ੍ਹ ਮਿਸਾਲ ਦੇ ਤੌਰ 'ਤੇ ਕਹਿ ਦਿੰਦੇ ਹਾਂ ਕਿ ਫਲਾਣੀ ਜੋਧਾ ਸਿੰਘ ਦੀ ਪੱਤੀ ਹੈ ਜਾਂ ਦੀਵਾਨ ਸਿੰਘ ਦੀ ਪੱਤੀ ਜਾਂ ਹਿੰਮਤ ਸਿੰਘ ਦੀ। ਇਹ ਉਗਰਾਹੀ ਦੇਣ ਵਾਲੀਆਂ ਸਾਮੀਆਂ ਦੀ ਹੈਸੀਅਤ ਅਨੁਸਾਰ ਹੀ ਘੱਟ ਵੱਧ ਹੁੰਦੀ ਸੀ, ਜੋ ਔਸਤਨ 2 ਤੋਂ 5 ਰੁਪਏ ਪ੍ਰਤੀ ਵਿਅਕਤੀ ਹੁੰਦੀ ਸੀ। 2 ਜਾਂ 3 ਆਦਮੀ ਹੀ ਉਗਰਾਹੀ ਲਈ ਕਾਫੀ ਹੁੰਦੇ ਸਨ, ਕਿਉਂਕਿ 2 ਜਾਂ 3 ਹਜ਼ਾਰ ਦੇ ਦਲ ਬਹੁਤੀ ਦੂਰ ਨਹੀਂ ਹੁੰਦੇ ਸਨ। ਉਗਰਾਹੀ ਦੇਣ ਵਿੱਚ ਦੇਰੀ ਕਰਨ ਦੀ ਹਾਲਤ ਵਿੱਚ ਮੁੱਠੀ ਭਰ ਸਿਪਾਹੀ ਜੋ ਘੋੜ ਚੜ੍ਹੇ ਹੁੰਦੇ ਸਨ ਤੇ ਨੇਜੇ ਤਲਵਾਰ ਜਾਂ ਬੰਦੂਕਾਂ ਨਾਲ ਲੈਸ ਹੁੰਦੇ ਸਨ, ਛੇਤੀ ਹੀ ਕਰਜ਼ੇ ਦੀ ਰਕਮ ਲੈਣ ਲਈ ਪਹੁੰਚ ਜਾਂਦੇ। ਇਨਕਾਰ ਕਰਨਾ ਮੌਤ ਨੂੰ ਸੱਦਾ ਦੇਣਾ ਸੀ। 1769 ਵਿੱਚ ਅਬਦਾਲੀ ਦਾ 9ਵਾਂ ਹਮਲਾ। ਅਬਦਾਲੀ ਨੇ ਪੰਜਾਬ ਜਿੱਤਣ ਲਈ ਆਖਰੀ ਤੇ 9ਵਾਂ ਹਮਲਾ 1769 ਵਿੱਚ ਕੀਤਾ, ਪਰ ਉਹ ਹੁਣ ਚੱਲ ਚੁੱਕਿਆ ਕਾਰਤੂਸ ਸੀ ਤੇ ਉਹ ਜੇਹਲਮ ਤੋਂ ਅੱਗੇ ਇੱਧਰ ਨਾ ਆ ਸਕਿਆ। ਉਹ ਬਿਮਾਰ ਤੇ ਹਾਰਿਆ ਹੋਇਆ ਕੰਧਾਰ ਨੂੰ ਵਾਪਸ ਚਲਾ ਗਿਆ, ਜਿੱਥੇ ਉਸ ਦੀ 23 ਅਕਤੂਬਰ 1772 ਨੂੰ ਮੌਤ ਹੋ ਗਈ। ਉਸ ਦੀ ਕਬਰ ਉੱਪਰ ਜੋ ਕੁਤਬਾ ਉਕਾਰਿਆ ਹੋਇਆ ਹੈ, ਉਸ ਵਿੱਚ ਬੜੇ ਮਾਣ ਨਾਲ ਵਰਣਨ ਕੀਤਾ ਹੋਇਆ ਹੈ। ਉਹਦੀਆਂ ਜਿੱਤਾਂ ਦੀ ਗੂੰਜ ਨਾਲ ਉਹਦੇ ਵੈਰੀਆਂ ਦੇ ਕੰਨ ਨਿਰੰਤਰ ਬੋਲੇ ਹੋ ਜਾਂਦੇ ਸਨ। ਯਕੀਨਨ ਸਿੱਖ ਹੀ ਉਸਦੇ ਵੈਰੀ ਸਨ ਤੇ ਉਹਨਾਂ ਨੂੰ ਕਿਸੇ ਹੋਰ ਨਾਲੋਂ ਉਹਦੀਆਂ ਜਿੱਤਾਂ ਦਾ ਪਤਾ ਸੀ, ਪਰ ਉਹ ਉਹਦੇ ਰੌਲੇ ਬਾਰੇ ਕੁਝ ਧਿਆਨ ਨਹੀਂ ਦਿੰਦੇ ਸਨ, ਭਾਵ ਉਹ ਉਸਦੀ ਪਰਵਾਹ ਨਹੀਂ ਕਰਦੇ ਸਨ। ਅਬਦਾਲੀ ਸਿੱਖਾਂ ਦਾ ਸਖਤ ਦੁਸ਼ਮਣ ਸੀ, ਪਰ ਇਹ ਵੀ ਸੱਚੀ ਗੱਲ ਸੀ ਕਿ ਉਹ ਹੀ ਉਹਨਾਂ ਉੱਪਰ ਪਰ ਉਪਕਾਰ ਕਰਨ ਵਾਲਾ ਵੀ ਸੀ। ਉਸ ਦੇ ਵਾਰ-ਵਾਰ ਦੇ ਹਮਲਿਆਂ ਨੇ ਪੰਜਾਬ ਵਿੱਚ ਮੁਗਲ ਰਾਜ ਪ੍ਰਬੰਧ ਨੂੰ ਤਬਾਹ ਕਰ ਦਿੱਤਾ ਤੇ ਪਾਣੀਪਤ ਦੇ ਮੈਦਾਨ ਵਿੱਚ ਉਸ ਨੇ ਉੱਤਰ ਵਿੱਚ ਮਰਹੱਟਿਆਂ ਦੀ ਦਾਅਵੇਦਾਰੀ ਨੂੰ ਬੜੀ ਵੱਡੀ ਸੱਟ ਮਾਰੀ। ਇਸ ਤਰ੍ਹਾਂ ਪੰਜਾਬ ਵਿੱਚ ਇੱਕ ਖਲਾਅ ਪੈਦਾ ਕੀਤਾ, ਜਿਸ ਨੂੰ ਸਿੱਖਾਂ ਨੇ ਭਰਿਆ ਤੇ ਪੂਰਿਆ। ਅਬਦਾਲੀ ਸਿੱਖਾਂ ਨੂੰ ਕੁਚਲਣ ਵਿੱਚ ਅਸਫਲ ਰਿਹਾ, ਕਿਉਂਕਿ ਉਹ ਉਸ ਦੀਆਂ ਇੱਛਾਵਾਂ ਤੇ ਸ਼ਰਤਾਂ ਅਨੁਸਾਰ ਮੈਦਾਨ ਵਿੱਚ ਨਹੀਂ ਆਉਂਦੇ ਸਨ। ਉਹ ਭਾਵੇਂ ਹਰ ਥਾਂ ਹੁੰਦੇ ਸਨ, ਪਰ ਉਹ ਉਹਦੇ ਹੱਥ ਨਹੀਂ ਆਉਂਦੇ ਸਨ। ਉਹ ਆਪਣੇ ਨਾਲੋਂ ਵੱਡੀਆਂ ਤੇ ਸ਼ਕਤੀਸ਼ਾਲੀ ਸੈਨਾਵਾਂ ਉੱਪਰ ਨਿਧੜਕ ਹੋ ਕੇ ਹਮਲੇ ਕਰਦੇ ਤੇ ਜਦੋਂ ਲੜਾਈ ਦਾ ਰੁਖ ਉਹਨਾਂ ਵਿਰੁੱਧ ਹੁੰਦਾ ਤਾਂ ਬੜੀ ਫੁਰਤੀ ਨਾਲ ਉੱਥੋਂ ਦੌੜ ਜਾਂਦੇ। ਸਿੱਖਾਂ ਨਾਲ ਲੜਾਈ ਲੜਨਾ ਹਵਾ ਨੂੰ ਜਾਲ ਵਿੱਚ ਫਸਾਉਣ ਵਾਲੀ ਗੱਲ ਸੀ। ਸਿੱਖ ਇਹ ਚਾਲਾਂ ਤੇ ਢੰਗ ਤਰੀਕੇ ਤਾਂ ਵਰਤਦੇ ਸਨ ਕਿਉਂਕਿ ਉਹ ਲੋਕਾਂ ਦੇ ਨਾਲ ਸਨ। ਕਿਸਾਨ ਉਹਨਾਂ ਨੂੰ ਭੋਜਨ ਦਿੰਦੇ, ਜ਼ਖਮੀਆਂ ਦੀ ਤਿਮਾਰਦਾਰੀ ਕਰਦੇ ਤੇ ਭਗੌੜਿਆਂ ਨੂੰ ਸ਼ਰਨ ਦਿੰਦੇ। ਸਿੱਖ ਇਸ ਗੱਲੋਂ ਵੀ ਖੁਸ਼ਕਿਸਮਤ ਸਨ ਕਿ ਉਹਨਾਂ ਕੋਲ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਜਿਹੇ ਨੇਤਾ ਸਨ। ਇਸ ਦੇ ਟਾਕਰੇ ਤੇ ਅਬਦਾਲੀ ਦਾ ਪੁੱਤਰ ਤੇ ਉਸ ਦੇ ਜਰਨੈਲ ਸਧਾਰਨ ਯੋਗਤਾ ਦੇ ਮਾਲਕ ਸਨ। ਇਸ ਦੇ ਬਿਨਾਂ ਅਬਦਾਲੀ ਨੂੰ ਆਪਣੀਆਂ ਜਿੱਤਾਂ ਨੂੰ ਸੰਗਠਿਤ ਕਰਕੇ ਪ੍ਰਬੰਧ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਸੀ, ਕਿਉਂਕਿ ਉਸ ਨੂੰ ਆਪਣੇ ਮੁਲਕ ਵੱਲ ਕਾਹਲੀ-ਕਾਹਲੀ ਕਿਸੇ ਨਾ ਕਿਸੇ ਬਗਾਵਤ ਨੂੰ ਦਬਾਉਣ ਲਈ ਜਾਣਾ ਪੈਂਦਾ ਸੀ। ਫਲਸਰੂਪ ਉਹ ਜੋ ਵੀ ਆਪਣੀ ਸੂਰਬੀਰਤਾ ਤੇ ਸਾਹਸ ਨਾਲ ਜਿੱਤਦਾ ਸੀ, ਉਸ ਦੇ ਨਾਇਬ ਆਪਣੀ ਅਯੋਗਤਾ ਨਾਲ ਹੱਥੋਂ ਗੁਆ ਲੈਂਦੇ ਸਨ। ਅਬਦਾਲੀ ਨੇ ਕਿਸੇ ਹੋਰ ਨਾਲੋਂ ਵਧੇਰੇ ਸਿੱਖਾਂ ਦਾ ਲਹੂ ਡੋਲਿਆ, ਪਰ ਉਸ ਨੇ ਸਿੱਖਾਂ ਨੂੰ ਇਹ ਵੀ ਸਿਖਾਇਆ ਕਿ ਕੌਮ ਲਹੂ ਡੋਲਿਆਂ ਬਗੈਰ ਮਹਾਨ ਤੇ ਮਜ਼ਬੂਤ ਨਹੀਂ ਬਣ ਸਕਦੀ। ਕਾਂਡ 9ਵਾਂ ਸਿੰਧ ਤੋਂ ਗੰਗਾ ਤੱਕ। ਅਫਗਾਨ ਹਮਲਿਆਂ ਪਿੱਛੋਂ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਪਿੱਛੋਂ ਪੰਜਾਬ ਵਿੱਚ ਨਵੀਂ ਹੀ ਸਥਿਤੀ ਪੈਦਾ ਹੋ ਗਈ। ਅਬਦਾਲੀ ਦਾ ਪੁੱਤਰ ਤੇ ਉੱਤਰਾਧਿਕਾਰੀ ਤੈਮੂਰ ਆਪਣੇ ਪਿਤਾ ਦੀਆਂ ਜਿੱਤਾਂ ਚੋਂ ਸਿੰਧ ਤੋਂ ਲਹਿੰਦੇ ਪਾਸੇ ਅਤੇ ਕਸ਼ਮੀਰ, ਬਹਾਵਲਪੁਰ, ਮੁਲਤਾਨ ਤੇ ਸਿੰਧ ਤੋਂ ਬਿਨਾਂ ਹੋਰ ਕੁਝ ਵੀ ਆਪਣੇ ਅਧਿਕਾਰ ਹੇਠ ਨਾ ਰੱਖ ਸਕਿਆ।
ਪੂਰਬੀ ਪਾਸੇ ਸਥਿਤੀ ਕਾਫੀ ਲੰਮੇ ਸਮੇਂ ਤੋਂ ਅਨਿਸ਼ਚਿਤ ਰਹੀ। ਮੁਗਲ ਸਮਰਾਟ ਅੰਗਰੇਜ਼ਾਂ ਦੀ ਅਨਿਸ਼ਚਿਤ ਅਧੀਨਤਾ ਵਿੱਚ ਇਲਾਹਾਬਾਦ ਵਿੱਚ ਰਹਿ ਰਿਹਾ ਸੀ ਤੇ ਅਵਧ ਦਾ ਨਵਾਬ ਵਜ਼ੀਰ ਉਹਨਾਂ ਦੀ ਰੱਖਿਆ ਅਧੀਨ ਸੀ। ਪਰੰਤੂ ਅੰਗਰੇਜ਼ ਆਪਣੀ ਸ਼ਕਤੀ ਗੰਗਾ ਤੋਂ ਪਾਰਲੇ ਇਲਾਕੇ ਤੱਕ ਵਧਾਉਣ ਲਈ ਤਿਆਰ ਨਹੀਂ ਸਨ। ਦਿੱਲੀ ਦਾ ਪ੍ਰਬੰਧ ਗੈਰ ਹਾਜ਼ਰ ਸਮਰਾਟ ਦੇ ਨਾਮ ਤੇ ਨਜੀਬ ਉਦ ਦੌਲਾ ਚਲਾ ਰਿਹਾ ਸੀ, ਪਰੰਤੂ ਉਸ ਦੀ ਹਕੂਮਤ ਵੀ ਦਿੱਲੀ ਸ਼ਹਿਰ ਦੀਆਂ ਦੀਵਾਰਾਂ ਤੋਂ 50 ਮੀਲ ਪਰੇ ਨਹੀਂ ਚੱਲਦੀ ਸੀ, ਕਿਉਂਕਿ ਸਿੱਖਾਂ, ਰਹੇਲਿਆਂ, ਜਾਟਾਂ, ਰਾਜਪੂਤਾਂ ਤੇ ਮਰਾਠਿਆਂ ਦੇ ਝਗੜਾਲੂ ਲੁਟੇਰੇ ਦਲ ਮੁਲਕ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ ਤੇ ਆਪਣੇ ਦਲ ਦੇ ਆਗੂ ਤੋਂ ਬਿਨਾਂ ਕਿਸੇ ਦੀ ਸਰਦਾਰੀ ਪ੍ਰਵਾਨ ਨਹੀਂ ਕਰਦੇ ਸਨ। ਇਹ ਹਾਲਤ ਉਸ ਸਮੇਂ ਤੱਕ ਜਾਰੀ ਰਹੀ ਜਦੋਂ ਤੱਕ ਮਰਹੱਟਿਆਂ ਨੇ ਦਿੱਲੀ ਤੇ ਅਧਿਕਾਰ ਨਾ ਕਰ ਲਿਆ। ਭਾਵੇਂ ਉਹਨਾਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਅਤਿਅੰਤ ਦੁਖਦਾਈ ਹਾਰ ਹੋਈ ਸੀ, ਪਰੰਤੂ 8 ਸਾਲਾਂ ਵਿੱਚ ਉਹਨਾਂ ਨੇ ਆਪਣੇ ਭਾਰਤੀ ਵਿਰੋਧੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਈ ਸੀ। 1769 ਈਸਵੀ ਵਿੱਚ ਪੇਸ਼ਵਾ ਮਾਧਵ ਰਾਓ ਨੇ ਮੁਗਲ ਸਮਰਾਟਾਂ ਤੇ ਉਸ ਦੇ ਨਾਜਿਬ ਨਜੀਬ ਉਦ ਦੌਲਾ ਨਾਲ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ। 3 ਸਾਲ ਮਗਰੋਂ ਮਹਾਦਜੀ ਸਿੰਧੀਆ ਨੇ ਸ਼ਾਹ ਆਲਮ ਸ਼ਾਨੀ ਨੂੰ ਲਾਲ ਕਿਲੇ ਵਿੱਚ ਉਸ ਦੇ ਪੂਰਵਜਾਂ ਦੇ ਤਖਤ ਤੇ ਬਿਠਾਇਆ ਤੇ ਰਾਜਧਾਨੀ ਵਿੱਚ ਅਮਨ ਕਾਨੂੰਨ ਦੀ ਹਾਲਤ ਦੀ ਪੁਨਰ ਸਥਾਪਨਾ ਕੀਤੀ। ਇੱਕ ਪਾਸੇ ਚੁੱਪਚਾਪ ਅਫਗਾਨ ਤੇ ਦੂਸਰੇ ਪਾਸੇ ਮਰਹੱਟੇ ਦਿੱਲੀ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਰੁੱਝੇ ਹੋਣ ਕਾਰਨ ਸਿੰਧ ਤੋਂ ਜਮਨਾ ਤੱਕ ਦਾ ਖੇਤਰ ਸਿੱਖਾਂ ਲਈ ਖੁੱਲ੍ਹਾ ਸੀ। ਉਹ ਤੁਰੰਤ ਹੀ ਇਸ ਨੂੰ ਆਪਸ ਵਿੱਚ ਵੰਡਣ ਲੱਗੇ। ਘੋੜਸਵਾਰ ਵੱਖ-ਵੱਖ ਪਾਸੇ ਖਬਤੀਆਂ ਵਾਂਗ ਘੋੜੇ ਸਰਪਟ ਦੌੜਦੇ ਫਿਰਦੇ ਤੇ ਆਪਣੀ ਕੋਈ ਨਿਸ਼ਾਨੀ ਜਿਵੇਂ ਦਸਤਾਰ ਜਾਂ ਜੁੱਤੀ ਰੱਖ ਕੇ ਪਿੰਡੋ-ਪਿੰਡੀ ਆਪਣੀ ਮਾਲਕੀ ਦੇ ਦਾਅਵੇ ਕਰਦੇ ਫਿਰਦੇ। ਕਿਉਂਕਿ ਹੁਣ ਬਾਹਰੋਂ ਕਿਸੇ ਹਮਲੇ ਦਾ ਡਰ ਨਹੀਂ ਸੀ ਅਤੇ ਅਧਿਕਾਰ ਜਮਾਉਣ ਲਈ ਜ਼ਮੀਨ ਬਹੁਤ ਸੀ, ਇਸ ਲਈ ਮਿਸਲਾਂ ਦੇ ਸੰਗਠਨ ਵਿੱਚ ਏਕਤਾ ਦੀ ਘਾਟ ਆਉਣੀ ਸ਼ੁਰੂ ਹੋ ਗਈ। ਲੋਕ ਇੱਕ ਜਾਂ ਦੂਸਰੀ ਮਿਸਲ ਦੀ ਅਧੀਨਗੀ ਕੇਵਲ ਇਸੇ ਲਈ ਕਬੂਲ ਕਰਦੇ ਸਨ ਕਿਉਂਕਿ ਉਹ ਇਸ ਤਰ੍ਹਾਂ ਆਪਣੀ ਮਿਲਕ ਸੁਰੱਖਿਆ ਰੱਖ ਸਕਦੇ ਸਨ ਜਾਂ ਇਸ ਵਿੱਚ ਵਾਧਾ ਕਰ ਸਕਦੇ ਸਨ। ਸਰਬੱਤ ਖਾਲਸਾ ਸ਼ੇਸ਼ਨਾਗ ਬਣ ਗਿਆ ਸੀ। ਇਸ ਤਰ੍ਹਾਂ ਆਪਸ ਵਿੱਚ ਅੱਡੋ-ਪਾਟੀ ਹੋਏ ਸਿੱਖ ਅਫਗਾਨਾਂ, ਮਰਾਠਿਆਂ ਤੇ ਅੰਗਰੇਜ਼ਾਂ ਨਾਲ ਟੱਕਰ ਨਾ ਲੈ ਸਕੇ। ਸਪਸ਼ਟਤਾ ਲਈ ਸਤਲੁਜ ਪਾਰ ਦੇ ਖੇਤਰ, ਮਾਝਾ ਤੇ ਜਲੰਧਰ ਦੁਆਬ ਦੀਆਂ ਮਿਸਲਾਂ ਦੇ ਵਿਸਥਾਰਵਾਦੀ ਤੇ ਝਗੜਿਆਂ ਦੇ ਦੌਰ ਦਾ ਅਤੇ ਸਤਲੁਜ ਤੋਂ ਦੱਖਣ ਦੀਆਂ ਸਿੱਖ ਮਿਸਲਾਂ ਦਾ ਵੱਖਰਾ-ਵੱਖਰਾ ਨਿਰੀਖਣ ਕਰਨਾ ਬਿਹਤਰ ਰਹੇਗਾ। ਮਾਝੇ ਤੇ ਜਲੰਧਰ ਦੁਆਬ ਦੀਆਂ ਮਿਸਲਾਂ ਦਾ ਵਿਸਥਾਰ। ਆਖਰੀ ਵਾਰ ਅਬਦਾਲੀ ਦੇ ਸਿੰਧ ਪਾਰ ਕਰਨ ਤੋਂ ਤੁਰੰਤ ਪਿੱਛੋਂ ਸਿੱਖ ਪੰਜਾਬ ਉੱਪਰ ਕਬਜ਼ਾ ਕਰਨ ਲੱਗੇ। ਜੱਸਾ ਸਿੰਘ ਨੇ ਆਪਣਾ ਅਧਿਕਾਰ ਸਤਲੁਜ ਦਰਿਆ ਦੇ ਨਾਲ ਪੱਕਾ ਕਰ ਲਿਆ ਤੇ ਕਪੂਰਥਲਾ ਤੇ ਸੁਲਤਾਨਪੁਰ ਉੱਤੇ ਅਧਿਕਾਰ ਕਰ ਲਿਆ। ਰਾਮਗੜੀਆ ਮਿਸਲ ਨੇ ਕਾਂਗੜਾ, ਨੂਰਪੁਰ, ਚੰਬਾ, ਬਸੌਲੀ ਤੇ ਮੰਡੀ ਤੋਂ ਖਿਰਾਜ ਉਗਰਾਹਿਆ। ਕਨਈਆ ਨੇ ਵੀ ਉਹਨਾਂ ਦੇ ਮਗਰ ਜਾ ਕੇ ਕਾਂਗੜੇ ਦੇ ਕਿਲੇ ਤੇ ਕਬਜ਼ਾ ਕਰ ਲਿਆ। ਜੰਮੂ ਦੀ ਡੋਗਰਾ ਰਿਆਸਤ ਮਿਸਲਾਂ ਵਿੱਚ ਲੜਾਈ ਦਾ ਕਾਰਨ ਬਣ ਗਈ। ਭੰਗੀਆਂ ਨੇ ਸਭ ਤੋਂ ਪਹਿਲਾਂ ਡੋਗਰਿਆਂ ਤੋਂ ਘਰ ਉਗਰਾਇਆ ਸੀ। ਕਨਈਆ ਤੇ ਸ਼ੁਕਰ ਚੱਕੀਏ ਜੋ ਭੰਗੀਆਂ ਤੋਂ ਮਗਰੋਂ ਗਏ, ਧਨੀ ਸ਼ਹਿਰ ਦੀ ਦੌਲਤ ਲੁੱਟਣ ਉੱਪਰ ਹੀ ਆਪਸ ਵਿੱਚ ਲੜ ਪਏ। ਅਫਗਾਨਾਂ ਦੀਆਂ ਵਫਦਾਰਾਂ ਮੁਸਲਿਮ ਰਿਆਸਤਾਂ ਨੂੰ ਲੁੱਟਣ ਦਾ ਕੰਮ ਨਕਈਆ, ਭੰਗੀਆਂ ਤੇ ਸ਼ੁਕਰ ਚੱਕੀਆ ਨੇ ਕੀਤਾ। ਨਕਈਆ ਨੇ ਆਪਣੀ ਸ਼ਕਤੀ ਰਾਵੀ ਦੀਆਂ ਦੱਖਣੀ ਸ਼ਾਖਾਵਾਂ ਤੋਂ ਹੜੱਪਾ ਤੇ ਉਸ ਤੋਂ ਪਰੇ ਤੱਕ ਵਧਾ ਲਈ। ਸ਼ੁਕਰ ਚੱਕੀਏ ਗੁਜਰਾਂਵਾਲਾਂ ਦੇ ਚਾਰੇ ਪਾਸੇ ਫੈਲ ਗਏ। ਜਿਹੜੀ ਮਿਸਲ ਪੱਛਮੀ ਪੰਜਾਬ ਵਿੱਚ ਸਭ ਤੋਂ ਵਧੇਰੇ ਤਾਕਤਵਰ ਬਣੀ ਉਹ ਹਰੀ ਸਿੰਘ ਦੀ ਸੀ। ਉਸ ਦੇ 2 ਪੁੱਤਰਾਂ ਝੰਡਾ ਸਿੰਘ ਤੇ ਗੰਡਾ ਸਿੰਘ ਤੇ ਉਹਨਾਂ ਦੇ ਅਨੇਕਾਂ ਨਾਤੇਦਾਰਾਂ ਅਧੀਨ ਭੰਗੀ ਮਿਸਲ ਸੀ। ਭੰਗੀਆਂ ਨੇ ਪੰਜਾਬ ਦੇ 2 ਪ੍ਰਮੁੱਖ ਸ਼ਹਿਰਾਂ ਲਾਹੌਰ ਅਤੇ ਅੰਮ੍ਰਿਤਸਰ ਉੱਪਰ ਅਧਿਕਾਰ ਕਰ ਲਿਆ। ਉਹਨਾਂ ਨੇ ਆਹਲੂਵਾਲੀਆ ਨਾਲ ਮਿਲ ਕੇ ਕਸੂਰ ਦੇ ਪਠਾਨਾਂ ਨੂੰ ਹਰਾਇਆ ਤੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਖਿਰਾਜ ਵਸੂਲ ਕੀਤਾ।
1772 ਈਸਵੀ ਵਿੱਚ ਭੰਗੀਆਂ ਨੇ ਮੁਲਤਾਨ ਤੇ ਕਬਜ਼ਾ ਕੀਤਾ ਤੇ 8 ਸਾਲ ਵਿੱਚ ਉਸ ਨੂੰ ਆਪਣੇ ਅਧੀਨ ਰੱਖਿਆ, ਜੋ ਮੁੜ ਕੇ ਅਫਗਾਨਾਂ ਨੇ ਜਿੱਤ ਲਿਆ। ਝੰਡਾ ਸਿੰਘ ਨੇ ਜੇਹਲਮ ਤੇ ਸਿੰਧ ਦੇ ਵਿਚਕਾਰ ਬਲੋਚ ਕਬੀਲਿਆਂ ਨੂੰ ਆਪਣੇ ਅਧੀਨ ਕੀਤਾ, ਮਨਕੇਰਾ ਤੋਂ ਖਿਰਾਜ ਲਿਆ, ਫਿਰ ਸਿੰਧ ਪਾਰ ਕਰਕੇ ਕਾਲਾ ਬਾਗ ਜਿੱਤਿਆ। ਉਸ ਸਮੇਂ ਹੀ ਗੁੱਜਰ ਸਿੰਘ ਭੰਗੀ ਨੇ ਸਿਲਸਿਲੇਵਾਰ ਉੱਤਰ ਤੇ ਹੋਰ ਉੱਤਰ ਵਿੱਚ ਗਖੜਾ, ਜੰਝੂਆਂ, ਅਵਾਣਾ, ਖੱਟੜਾਂ ਤੇ ਹੋਰ ਮੁਸਲਿਮ ਕਬੀਲਿਆਂ ਨੂੰ ਹਰਾਇਆ। ਉਸ ਦਾ ਨਾਇਬ ਮਿਲਖਾ ਸਿੰਘ ਹੋਰ ਅੱਗੇ ਵਧਿਆ ਤੇ ਉਸ ਨੇ ਆਪਣੀ ਰਾਜਧਾਨੀ ਰਾਵਲਪਿੰਡੀ ਨੂੰ ਬਣਾ ਕੇ ਪਿੰਡ ਘੇਬ, ਫਤਿਹ ਜੰਗ ਤੇ ਅਟਕ ਤੇ ਅਧਿਕਾਰ ਕਰ ਲਿਆ। ਮਾਲਵਾ ਦੀਆਂ ਮਿਸਲਾਂ ਦਾ ਵਿਸਥਾਰ। ਇਸ ਤਸੱਲੀ ਨਾਲ ਕਿ ਪਿਛਲਾ ਪਾਸਾ ਸੁਰੱਖਿਅਤ ਸੀ, ਮਲਵਈਆਂ ਨੇ ਪੂਰਬ ਵੱਲ ਵਧਣਾ ਸ਼ੁਰੂ ਕੀਤਾ ਤੇ ਉਹ ਗੰਗਾ, ਜਮਨਾ, ਦੁਆਬ ਤੇ ਗੰਗਾ ਤੋਂ ਅੱਗੇ ਨਵਾਬ ਵਜ਼ੀਰ ਅਵਧ ਤੇ ਉਸ ਦੇ ਅੰਗਰੇਜ਼ਾਂ ਸਰਪ੍ਰਸਤੀ ਲਈ ਇੱਕ ਹਊਆ ਬਣ ਗਏ। ਮਲਵਈਆਂ ਨੇ ਜਮਨਾ ਦੇ ਨਾਲ-ਨਾਲ ਤੇ ਜਮਨਾ ਤੋਂ ਪਾਰਲੇ ਇਲਾਕਿਆਂ ਉੱਪਰ ਧਾਵਿਆਂ ਨਾਲ ਉਨ੍ਹਾਂ ਦਾ ਜਾਟਾਂ, ਰੋਹਿਲਿਆਂ, ਮੁਗਲਾਂ, ਮਰਾਠਿਆਂ, ਰਾਜਪੂਤਾਂ ਤੇ ਅੰਗਰੇਜ਼ਾਂ ਨਾਲ ਸੰਘਰਸ਼ ਹੋਇਆ। ਜਮਨਾ ਤੋਂ ਪਾਰ ਜਨਵਰੀ 1770 ਵਿੱਚ 20,000 ਤੋਂ ਜ਼ਿਆਦਾ ਸਿੱਖ ਘੋੜਸਵਾਰਾਂ ਨੇ ਪਾਣੀਪਤ ਤੇ ਹਮਲਾ ਕੀਤਾ ਤੇ ਨਜੀਬ-ਉਦ-ਦੌਲਾ ਦੇ ਪੁੱਤਰ ਜ਼ਾਬਤਾ ਖਾਂ ਨਾਲ ਨਿਰਣੇ ਰਹਿਤ ਲੜਾਈ ਲੜ ਕੇ ਜਮਨਾ ਪਾਰ ਕਰ ਗਏ ਤੇ ਅਲੀਗੜ੍ਹ ਜਾ ਕੇ ਡੇਰਾ ਲਾ ਲਿਆ। ਉਹ ਜਾਟਾਂ ਤੇ ਮਰਾਠਿਆਂ ਦੀ ਜ਼ਿਆਦਾ ਫੌਜ ਵੇਖ ਕੇ ਪਿੱਛੇ ਹਟ ਗਏ ਤੇ ਮਗਰੋਂ ਉਨ੍ਹਾਂ ਨੇ ਪਾਣੀਪਤ, ਸੋਨੀਪਤ ਤੇ ਕਰਨਾਲ ਦੇ ਉਦਾਲੇ ਦੇ ਪਿੰਡਾਂ ਨੂੰ ਲੁੱਟਿਆ। 2 ਸਾਲ ਮਗਰੋਂ ਮਲਵਈਆਂ ਦੀ ਮਰਾਠਿਆਂ ਨਾਲ ਫਿਰ ਟੱਕਰ ਹੋਈ, ਜੋ ਸਰਹਿੰਦ ਵਿੱਚ ਆ ਵੜੇ ਸਨ। ਉਨ੍ਹਾਂ ਨੇ ਮਰਹੱਟਿਆਂ ਨੂੰ ਮਾਲਵੇ ਚੋਂ ਕੱਢ ਦਿੱਤਾ ਤੇ ਉਹ ਜਿੱਤਾਂ ਜਿੱਤਦੇ ਹੋਏ ਜਮਨਾ ਪਾਰ ਕਰ ਗਏ। ਫਿਰ ਤਾਂ ਉਨ੍ਹਾਂ ਦੀ ਫਸਲ ਪੱਕਣ ਪਿੱਛੋਂ ਹਮਲਾ ਕਰਨਾ ਇੱਕ ਨਿਰੰਤਰ ਖਾਸੀਅਤ ਬਣ ਗਈ। ਉਨ੍ਹਾਂ ਦੀ ਕਾਰਜ-ਵਿਧੀ ਦਾ ਫਰੈਂਕਲਿਨ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ: ਜਦੋਂ ਉਨ੍ਹਾਂ ਦਾ ਕਿਸੇ ਗੁਆਂਢੀ ਰਿਆਸਤ ਤੇ ਹਮਲਾ ਕਰਨ ਦਾ ਇਰਾਦਾ ਹੋਵੇ ਤਾਂ ਉਹ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਉਸ ਦੀ ਸੀਮਾ ਤੇ ਪਹੁੰਚ ਜਾਂਦੇ ਹਨ। ਪਹਿਲਾਂ ਉਹ ਕਰ ਜਾਂ ਰਾਖੀ ਮੰਗਦੇ ਹਨ। ਜੇ ਤਾਂ ਉਨ੍ਹਾਂ ਦੀ ਮੰਗ ਪ੍ਰਵਾਨ ਕਰ ਲਈ ਜਾਂਦੀ ਹੈ ਤਾਂ ਉਹ ਚੁੱਪਚਾਪ ਵਾਪਸ ਮੁੜ ਜਾਂਦੇ ਹਨ, ਪਰ ਜੇ ਇਨਕਾਰ ਹੋ ਜਾਂਦਾ ਸੀ ਤਾਂ ਲੜਾਈ ਸ਼ੁਰੂ ਹੋ ਜਾਂਦੀ ਸੀ ਤੇ ਸਿੱਖ ਇਸ ਤਰ੍ਹਾਂ ਅੱਗੇ ਵਧਦੇ ਹੋਏ ਸਾਰਾ ਇਲਾਕਾ ਤਬਾਹ ਕਰ ਦਿੰਦੇ ਤੇ ਆਪਣੇ ਨਾਲ ਵੱਧ ਤੋਂ ਵੱਧ ਉੱਥੋਂ ਦੇ ਵਸਨੀਕਾਂ ਨੂੰ ਕੈਦੀ ਬਣਾ ਕੇ ਲੈ ਜਾਂਦੇ ਹਨ ਤੇ ਪਸ਼ੂ ਡੰਗਰ ਵੀ ਲੈ ਜਾਂਦੇ ਹਨ। ਸਿੱਖ ਰੋਹਿਲਾ ਗੱਠਜੋੜ। ਦਸੰਬਰ 1773 ਈਸਵੀ ਵਿੱਚ ਸਿੱਖਾਂ ਨੇ ਜ਼ਾਬਤਾ ਖਾਂ ਰੋਹਿਲੇ ਦਾ ਇਲਾਕਾ ਸਮੇਤ ਨਨੌਤਾ ਤੇ ਜਲਾਲਾਬਾਦ ਸ਼ਹਿਰਾਂ ਦੇ ਲੁੱਟਿਆ। 1 ਮਹੀਨਾ ਮਗਰੋਂ ਸਿੱਖਾਂ ਨੇ ਦਿੱਲੀ ਦੇ ਉਪਨਗਰ ਤੇ ਬਸਤੀਆਂ ਲੁੱਟੀਆਂ। ਮੁਗਲ ਦਰਬਾਰ ਬੜੀ ਦੁਵਿਧਾ ਤੇ ਪਰੇਸ਼ਾਨੀ ਵਿੱਚ ਸੀ। ਰਾਜਧਾਨੀ ਵਿੱਚ ਸਭ ਤੋਂ ਯੋਗ ਵਿਅਕਤੀ ਨਜਫ਼ ਖਾਂ ਸੀ, ਪਰ ਉਸ ਦੀਆਂ ਯੋਜਨਾਵਾਂ ਆਮ ਕਰਕੇ ਇੱਕ ਨਵੇਂ ਬਣੇ ਰਹੀਸ ਸ਼ਸ਼ੂਰ ਤੇ ਹੋਛੇ ਅਬਦੁਲ ਅਹਿਮਦ ਖਾਂ ਵੱਲੋਂ ਨਿਸਫਲ ਕਰ ਦਿੱਤੀਆਂ ਜਾਂਦੀਆਂ ਸਨ, ਕਿਉਂਕਿ ਬਾਦਸ਼ਾਹ ਉਹਦੀ ਸਲਾਹ ਤੇ ਚੱਲਦਾ ਸੀ। ਨਜਫ਼ ਖਾਂ ਈਰਾਨੀ ਸ਼ੀਆ ਮੁਸਲਮਾਨ ਸੀ। ਅਬਦੁਲ ਅਹਿਮਦ ਖਾਂ, ਜੋ ਕਸ਼ਮੀਰੀ ਸੁੰਨੀ ਮੁਸਲਮਾਨ ਸੀ, ਫਿਰਕਿਆਂ ਤੇ ਜਾਤੀਗਤ ਵਖਰੇਵਿਆਂ ਦੀ ਆਪਣੇ ਲਾਭਾਂ ਲਈ ਵਰਤੋਂ ਕਰਦਾ ਸੀ। ਨਜਫ਼ ਖਾਂ ਸਿੱਖਾਂ ਵਿਰੁੱਧ ਸਖਤ ਕਦਮ ਉਠਾਉਣੇ ਚਾਹੁੰਦਾ ਸੀ। ਉਸ ਨੇ ਰੋਹਿਲਿਆਂ ਨੂੰ ਆਪਣੇ ਨਾਲ ਮਿਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਬਦੁਲ ਅਹਿਮਦ ਖਾਂ ਦੀ ਵੱਡੀ ਖਾਹਿਸ਼ ਈਰਾਨੀਆਂ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਣ ਤੋਂ ਰੋਕਣਾ ਸੀ। ਉਹ ਸਿੱਖਾਂ ਦੀ ਨਜਫ਼ ਖਾਂ ਉੱਪਰ ਕਦੇ-ਕਦਾਈਂ ਜਿੱਤ ਦੇ ਵਿਰੁੱਧ ਨਹੀਂ ਸੀ। ਇਸ ਤਰ੍ਹਾਂ ਦੀਆਂ ਵੱਖ-ਵੱਖ ਸਲਾਹਾਂ ਦੇਣ ਕਾਰਨ ਸਮਰਾਟ ਨੇ ਪਹਿਲਾਂ ਤਾਂ ਸਿੱਖਾਂ ਨੂੰ ਨੌਕਰੀ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੂੰ ਇਸ ਵਿੱਚ ਸਫਲਤਾ ਨਾ ਮਿਲੀ ਤਾਂ ਉਸ ਨੇ ਅਬਦੁਲ ਅਹਿਦ ਖਾਂ ਨੂੰ ਸਰਦਾਨਾ ਦੀ ਬੇਗਮ ਸਮਰੂ ਦੇ ਜਰਮਨ ਆਸ਼ਕ ਵਾਲਟ ਰੇਨਬਾਰਟ ਦੀਆਂ ਸੇਵਾਵਾਂ ਲੈਣ ਦੀ ਆਗਿਆ ਦੇ ਦਿੱਤੀ। ਮਲਵਈਆਂ ਨੇ ਰੇਨਬਾਰਟ ਨੂੰ ਮਾਰ ਦਿੱਤਾ ਤੇ ਦਿੱਲੀ ਦੀਆਂ ਉਪਨਗਰੀਆਂ ਨੂੰ ਲੁੱਟਣ ਲੱਗੇ। ਅਗਲੀ ਲੜਾਈ ਸਿੱਖਾਂ ਵਿਰੁੱਧ
ਨਜਫ ਖਾਂ ਨੇ ਲੜੀ ਪਾਣੀਪਤ ਦਾ ਸੂਬੇਦਾਰ ਮੁੱਲਾ ਰਹੀਮ ਦਾਦ ਖਾਂ, ਅਮਰ ਸਿੰਘ ਪਟਿਆਲੇ ਤੇ ਗਜਪਤ ਸਿੰਘ ਜੀਂਦ ਦੀਆਂ ਸਾਂਝਾਂ ਫੌਜਾਂ ਵਿਰੁੱਧ ਲੜਦਾ ਹੋਇਆ ਇੱਕ ਲੜਾਈ ਵਿੱਚ ਮਾਰਿਆ ਗਿਆ। ਪਿੱਛੋਂ ਦੋਹਾਂ ਧਿਰਾਂ ਵਿੱਚ ਨਜਫ ਖਾਂ ਵੱਲੋਂ ਆਪਣੇ ਅਧਿਕਾਰ ਵਿੱਚ ਇਲਾਕੇ ਲੈਣ ਬਾਰੇ ਸਮਝੌਤਾ ਕਰਾਇਆ ਗਿਆ, ਪਰ ਦੋਹਾਂ ਧਿਰਾਂ ਨੇ ਇਸ ਦੀ ਪਰਵਾਹ ਨਾ ਕੀਤੀ। ਮਲਵਈਆਂ ਨੇ ਹੁਣ ਆਪਣਾ ਧਿਆਨ ਰੁਹੇਲਿਆਂ ਵੱਲ ਕੀਤਾ। 1775 ਈਸਵੀ ਦੀ ਬਸੰਤ ਰੁੱਤ ਵਿੱਚ ਰਾਏ ਸਿੰਘ ਭੰਗੀ, ਬਘੇਲ ਸਿੰਘ ਕਰੋੜ ਸਿੰਘੀਆ ਤੇ ਤਾਰਾ ਸਿੰਘ ਘੇਬਾ ਨੇ ਆਪਣੇ ਘੋੜ ਸਵਾਰਾਂ ਸਮੇਤ ਜਮਨਾ ਪਾਰ ਕਰਕੇ ਜਾਬਤਾ ਖਾਂ ਦੇ ਇਲਾਕੇ ਨੂੰ ਬਕਾਇਦਾ ਲੁੱਟਣਾ ਸ਼ੁਰੂ ਕਰ ਦਿੱਤਾ। ਰੁਹੇਲਿਆਂ ਨੂੰ ਮੁਗਲਾਂ ਵੱਲੋਂ ਸਹਾਇਤਾ ਮਿਲਣ ਦੀ ਕੋਈ ਆਸ ਨਹੀਂ ਸੀ, ਜਿਨ੍ਹਾਂ ਨੂੰ ਉਸ ਨੇ ਗੁੱਸੇ ਕਰ ਲਿਆ ਸੀ। ਨਾ ਹੀ ਉਸ ਨੂੰ ਆਪਣੇ ਪੂਰਬੀ ਗੁਆਂਢੀਆਂ ਨਵਾਬ ਵਜ਼ੀਰ ਅਵਧ ਤੇ ਅੰਗਰੇਜ਼ਾਂ ਤੋਂ ਕੋਈ ਆਸ ਸੀ। ਨਿਰਾਸ਼ ਹੋ ਕੇ ਉਸ ਨੇ ਮਲਵਈਆਂ ਨੂੰ ਭਾਰੀ ਰਕਮ ਦੀ ਪੇਸ਼ਕਸ਼ ਕੀਤੀ ਤੇ ਉਨ੍ਹਾਂ ਸਾਹਮਣੇ ਖਾਲਸਾ ਭੂਮੀ ਲੁੱਟਣ ਦੀ ਤਜਵੀਜ਼ ਰੱਖੀ। ਮਿਸਲਦਾਰ ਮੰਨ ਗਏ ਤੇ ਸਿੱਖਾਂ ਅਤੇ ਰੁਹੇਲਿਆਂ ਦੀ ਸਾਂਝੀ ਫੌਜ ਨੇ ਵਰਤਮਾਨ ਨਵੀਂ ਦਿੱਲੀ ਦੇ ਉਦਾਲੇ ਪਿੰਡਾਂ ਨੂੰ ਲੁੱਟਿਆ। ਮਾਰਚ 1776 ਵਿੱਚ ਉਨ੍ਹਾਂ ਨੇ ਸ਼ਾਹੀ ਫੌਜਾਂ ਨੂੰ ਮੁਜ਼ੱਫਰਨਗਰ ਨੇੜੇ ਹਰਾਇਆ। ਹੁਣ ਸਾਰਾ ਗੰਗਾ ਜਮਨਾ ਦੁਆਬ ਉਨ੍ਹਾਂ ਦੇ ਰਹਿਮ ਤੇ ਸੀ। ਉਹ ਦੁਆਬੇ ਉੱਪਰ ਆਪਣਾ ਅਧਿਕਾਰ ਕਾਇਮ ਕਰਕੇ ਫਿਰ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚ ਗਏ। ਸਮਰਾਟ ਨੇ ਮਜਬੂਰ ਹੋ ਕੇ ਬਾਗੀ ਜਾਬਤਾ ਖਾਂ ਦਾ ਸਵਾਗਤ ਕੀਤਾ ਤੇ ਉਸ ਨੂੰ ਮੁਆਫ ਕਰ ਦਿੱਤਾ। ਅੱਜ ਅਸੀਂ ਇਸ ਕਿਤਾਬ ਦੇ 172 ਪੰਨੇ ਪੜ੍ਹ ਚੁੱਕੇ ਹਾਂ। ਅਗਲੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।